अस्सलाम वालेकुम, सत श्री अकाल और आदाब। बलूचिस्तान ਦੇ ਵਿੱਚ ਅੱਜ ਫਿਰ ਇੱਕ ਬੜੀ ਸਾਨਿਆ ਹੋਇਆ ਔਰ 22 ਪੰਜਾਬੀ ਜਿਹੜੇ ਨੇ ਉਹਨਾਂ ਨੂੰ ਕਤਲ ਕਰ ਦਿੱਤਾ ਗਿਆ। ਇਹ ਵਾਕਿਆ ਪਹਿਲਾ ਨਹੀਂ ਹੈਗਾ ਤੇ ਮੈਨੂੰ ਲੱਗਦਾ ਹੈ ਕਿ ਆਖਰੀ ਵੀ ਨਹੀਂ ਹੋਣਾ। ਪਿਛਲੇ ਕਈ ਸਾਲਾਂ ਤੋਂ ਮੈਂ ਆਬਜ਼ਰਵ ਕਰ ਰਿਹਾ ਹਾਂ ਇਹਨਾਂ ਵਾਕਿਆਤ ਨੂੰ ਔਰ ਤਕਲੀਫ ਹੁੰਦੀ ਚੀਜ਼ਾਂ ਨੂੰ ਕਿ ਜਿਹੜੀਆਂ ਚੀਜ਼ਾਂ ਠੀਕ ਹੋਣੀਆਂ ਚਾਹੀਦੀਆਂ ਜਿਨ੍ਹਾਂ ਦੇ ਉੱਤੇ ਹਕੂਮਤਾਂ ਨੂੰ ਇਦਾਰਿਆਂ ਨੂੰ ਜ਼ਿਆਦਾ ਮੁਤਹਰਕ ਹੋ ਕੇ ਐਕਸ਼ਨ ਲੈਣਾ ਚਾਹੀਦਾ ਹੈ, ਉੱਥੇ ਨਹੀਂ ਲਿਆ ਜਾ ਰਿਹਾ ਐਕਸ਼ਨ। ਔਰ ਇਸ ਕਤਲ ਦੇ ਜਿਹੜੇ ਮਕਾਸਦ ਰੱਖੇ ਜਾਂਦੇ ਨੇ ਬਦਕਿਸਮਤੀ ਦੇ ਨਾਲ ਉਹ ਮਕਾਸਦ ਦੇ ਪੂਰੇ ਹੋ ਰਹੇ ਨੇ ਉਹਨਾਂ ਦੇ ਔਰ ਉਹਦਾ ਰਿਐਕਸ਼ਨ ਜਿਹੜਾ ਉਹ ਕੁਵਤਾਂ ਪੰਜਾਬ ਦੇ ਵਿੱਚ ਪੈਦਾ ਕਰਨਾ ਚਾਹੁੰਦੀਆਂ ਨੇ ਉਹ ਲੋਕ ਉਸ ਪਾਸੇ ਵੀ ਜਾ ਰਹੇ ਨੇ ਔਰ ਹਕੂਮਤਾਂ ਨੂੰ ਅਹਿਸਾਸ ਨਹੀਂ ਹੈਗਾ ਕਿ ਇਹ ਰਿਐਕਸ਼ਨ ਦੇ ਉੱਤੇ ਉਹ ਲੋਕਾਂ ਨੂੰ ਕੀ ਸਮਝਾਉਣ ਅਤੇ ਕੀ ਕਰਨ। ਇਹਦੇ ਨਾਲ ਨਵੇਂ ਬੁਹਰਾਨ ਸਿਕਿਉਰਿਟੀ ਦੇ ਪੈਦਾ ਹੋ ਸਕਦੇ ਨੇ। ਮਤਲਬ ਵਾਕਿਆ ਰੂਟੀਨ ਦਾ ਹੀ ਇਸੇ ਤਰ੍ਹਾਂ ਹੀ ਹੁੰਦਾ ਹੈ ਜਿਵੇਂ ਪਹਿਲੇ ਵਾਕਿਆ ਤੋਂ ਕਿ ਬੱਸਾਂ ਜਾ ਰਹੀਆਂ ਨੇ ਜਾਂ ਮੁਸਾਫਿਰ ਜਾ ਰਹੇ ਨੇ, ਉਹਨਾਂ ਨੂੰ ਸਵਾਰੀਆਂ ਤੋਂ ਉਤਾਰਿਆ ਜਾਂਦਾ, ਉਹਨਾਂ ਦੇ ਸ਼ਨਾਖਤੀ ਕਾਰਡ ਚੈੱਕ ਕੀਤੇ ਜਾਂਦੇ ਨੇ ਅਤੇ ਫਿਰ ਜਿਨ੍ਹਾਂ ਦੇ ਸ਼ਨਾਖਤੀ ਕਾਰਡ ਪੰਜਾਬ ਦੇ ਨਿਕਲਦੇ ਨੇ ਉਹਨਾਂ ਨੂੰ ਉੱਥੇ ਗੋਲੀ ਮਾਰ ਦਿੱਤੀ ਜਾਂਦੀ ਹੈ। ਕੁਝ ਅਰਸਾ ਪਹਿਲੇ ਵੀ ਅਸੀਂ ਵੇਖਿਆ ਕਿ ਖਾਨੇਵਾਲ ਦੇ ਮਜ਼ਦੂਰ ਉਹ ਬਲੂਚਿਸਤਾਨ 'ਚ ਕਤਲ ਹੋਏ, ਇੱਕੋ ਘਰ ਦੇ 7-8 ਬੰਦੇ ਸਨ ਉਹਨਾਂ 'ਚ। ਫਿਰ ਉਸ ਤੋਂ ਪਹਿਲੇ ਹੀ ਵੇਖਿਆ ਸੀ ਇਸ ਤਰ੍ਹਾਂ ਵਾਕਿਆਤ ਹੋਏ। ਸਾਲ ਦੇ ਵਿੱਚ ਕੋਈ 5-6 ਦਫਾ ਤਾਂ ਇੰਜ ਹੋ ਜਾਂਦਾ ਹੈ, 1-2 ਬੰਦੇ ਨਹੀਂ ਮਾਰੇ ਜਾਂਦੇ, 6, 7, 8, 10, 20, 25 ਇੰਨੇ ਲੋਕ ਮਾਰੇ ਜਾਂਦੇ ਨੇ। ਕਦੀ ਉਹਨਾਂ ਦੀ ਜਿਹੜੀ ਰਿਹਾਇਸ਼ੀ ਕੁਆਟਰ ਹੁੰਦੇ ਨੇ ਉਹਦੇ ਵਿੱਚ ਵੜ ਕੇ ਮਾਰ ਦਿੱਤਾ ਜਾਂਦਾ ਹੈ, ਕਦੀ ਬੱਸਾਂ ਤੋਂ ਲਾ ਕੇ ਮਾਰ ਦਿੱਤਾ ਜਾਂਦਾ ਹੈ। ਇਹ ਸਿਲਸਿਲਾ ਰੁਕ ਨਹੀਂ ਰਿਹਾ ਔਰ ਇਹ ਸਿਲਸਿਲਾ ਇਸ ਲਿਹਾਜ਼ ਨਾਲ ਮੈਨੂੰ ਹੋਰ ਇਹਦੇ 'ਤੇ ਤਸ਼ਵੀਸ਼ ਹੁੰਦੀ ਕਿ ਜਿਹੜੀਆਂ ਕੁਵਤਾਂ ਨੇ ਨਾ ਪੋਲੀਟੀਕਲ ਜਿਹੜੀਆਂ ਕਿੰਨੀਆਂ ਸੀ ਵਫਾਕ ਦੀ ਅਲਾਮਤ ਹੈਗੀਆਂ, ਵਫਾਕੀ ਸਿਆਸਤ ਕਰਦੀਆਂ, ਵਫਾਕੀ ਹਕੂਕ ਦੀ ਗੱਲ ਕਰਦੇ, ਉਹ ਵੀ ਇਹਦੇ 'ਤੇ ਚੁੱਪ ਰਹਿੰਦੀਆਂ। ਮਸਲ ਮੈਨੂੰ ਕਦੀ ਪੀਪਲਸ ਪਾਰਟੀ ਦੀ ਲੀਡਰਸ਼ਿਪ ਵੱਲੋਂ ਕਲੀਅਰ ਇਹਦੇ ਉੱਤੇ ਸਟੇਟਮੈਂਟ ਨਹੀਂ ਨਜ਼ਰ ਆਈ। ਉਹ ਬਲੂਚਿਸਤਾਨ ਨੂੰ ਓਨ ਕਰਦੇ ਨੇ, ਹੁਣ ਉਹਨਾਂ ਦੀ ਗਵਰਨਮੈਂਟ ਵੀ ਬਲੂਚਿਸਤਾਨ ਦੇ ਵਿੱਚ ਹੈਗੀ ਅਤੇ ਉਹਨਾਂ ਨੇ ਇਹਦੇ ਉੱਤੇ ਕਦੀ ਕੋਈ ਗੱਲ ਨਹੀਂ ਕੀਤੀ। ਇੰਝ ਲੱਗਦਾ ਮੈਨੂੰ ਕਿ ਪਾਕਿਸਤਾਨ ਦੇ ਸਿਆਸੀ ਕੁਵਤਾਂ ਜਾਂ ਤਾਂ ਇਸ ਇਸ਼ੂ ਦੇ ਵਿੱਚ ਆਉਣਾ ਨਹੀਂ ਚਾਹੁੰਦੀਆਂ, ਯਾਨੀ ਉਹ ਸਮਝਦੀਆਂ ਨੇ ਕਿ ਇਹ ਸਿਰਫ ਫੌਜ ਦਾ ਕੰਮ ਹੈਗਾ ਕਿ ਉਹ ਅਮਨ ਅਮਾਨ ਕਾਇਮ ਕਰੇ ਜਾਂ ਜਿਹੜੀਆਂ ਬਾਕੀ ਕਾਨੂੰਨ ਨਾਫਜ਼ ਕਰਨ ਵਾਲੇ ਇਦਾਰੇ ਅਤੇ ਹਕੂਮਤ ਦੀ ਇਹਦੀ ਕੋਈ ਜ਼ਿੰਮੇਵਾਰੀ ਨਹੀਂ। ਸਿੱਧੀ ਗੱਲ, ਜਾਂ ਤਾਂ ਹਕੂਮਤ ਇਹ ਸਮਝਦੀ ਔਰ ਇਹ ਹਕੂਮਤ ਹੀ ਨਹੀਂ, ਪਿਛਲੀਆਂ ਹਕੂਮਤਾਂ ਦੀ ਵੀ ਗੱਲ ਇੰਝ ਹੀ ਹੈ, ਅਤੇ ਜਾਂ ਫਿਰ ਉਹ ਇਹ ਸਮਝਦੇ ਨੇ ਕਿ ਜੋ ਕੁਝ ਹੋ ਰਿਹਾ ਠੀਕ ਹੋ ਰਿਹਾ। ਲੇਕਿਨ ਮੈਨੂੰ ਇੰਝ ਲੱਗਦਾ ਹੈ ਇਹ ਸਾਰੀ ਚੀਜ਼ਾਂ ਦੇ ਵਿੱਚ ਸਾਰਿਆਂ ਕੋਲ ਜਸਟੀਫਿਕੇਸ਼ਨ ਆਪਣੀ ਆਪਣੀ ਹੋ ਸਕਦੀ, ਲੇਕਿਨ ਮੈਨੂੰ ਇੰਝ ਲੱਗਦਾ ਹੈ ਕਿ ਪੰਜਾਬ ਦੇ ਖਿਲਾਫ ਜਿਹੜੀ ਨਫ਼ਰਤ ਪਿਛਲੇ ਕਈ ਅਰਸੇ ਤੋਂ ਉਭਾਰੀ ਜਾਂਦੀ ਹੈ ਨਾ ਔਰ ਇੱਥੇ ਬਹੁਤ ਅਰਸੇ ਤੋਂ ਇੱਕ ਪੰਜਾਬੀਆਂ ਨੂੰ ਹਵਾ ਬਣਾ ਕੇ ਦੂਜੀਆਂ ਕੌਮਾਂ ਵਾਸਤੇ ਅਤੇ ਦੂਜੇ ਇਲਾਕੇ ਦੇ ਲੋਕਾਂ ਵਾਸਤੇ ਪੇਸ਼ ਕੀਤਾ ਜਾ ਰਿਹਾ, ਉਹਦਾ ਨਤੀਜਾ ਹੈ ਕਿ ਬਾਕੀ ਸਾਰੇ ਲੋਕ ਜਿਵੇਂ ਮੁਜ਼ੰਮਤ ਭਾਵੇਂ ਨਾ ਕਰਨ ਜਾਂ ਪੰਜਾਬੀਆਂ ਦੇ ਉੱਤੇ ਕਤਲੇਆਮ ਤੋਂ ਭਾਵੇਂ ਉਹ ਖੁਸ਼ ਨਾ ਹੋਣ, ਲੇਕਿਨ ਉਹ ਚੁੱਪ ਜ਼ਰੂਰ ਨੇ। ਮਤਲਬ ਸਿੰਧੀ ਕੌਮ ਪ੍ਰਸਤੀ ਦੇ ਉੱਤੇ ਗੱਲ ਨਹੀਂ ਕਰ ਰਿਹਾ, ਬਲੋਚੀ ਕੌਮ ਪ੍ਰਸਤ ਉਹ ਤਾਂ ਜ਼ਾਹਿਰ ਹੈ ਉਹ ਤਾਂ ਬਹੁਤ ਹੀ ਉਹਨਾਂ ਕੁਵਤਾਂ ਦੇ ਨਾਲ ਹੈ ਜਿਹੜੇ ਤਸ਼ੱਦਦ ਕਰ ਰਹੀਆਂ ਨੇ। ਇਸੇ ਤਰ੍ਹਾਂ ਜਿਹੜੇ ਪਖਤੂਨ ਕੌਮ ਪ੍ਰਸਤ ਨੇ ਉਹ ਵੀ ਇਸ ਵਾਕਿਏ ਦੇ ਉੱਤੇ ਚੁੱਪ ਰਹਿਣਗੇ। ਅਤੇ ਪੰਜਾਬ ਇਹ ਕਿਉਂ ਚੁੱਪ ਹੈ, ਸੋਚਣ ਦੀ ਇਹ ਗੱਲ ਹੈ। ਮੈਂ ਇਹਦੀ ਵਜ੍ਹਾ ਸਮਝਣਾ ਕਿ ਪੰਜਾਬ ਦੇ ਵਿੱਚ ਹਕੂਮਤ ਪੰਜਾਬੀਆਂ ਦੀ ਨਹੀਂ ਹੁੰਦੀ। ਹੁਣ ਵੀ ਜਿਹੜਾ ਨਵਾਜ਼ ਸ਼ਰੀਫ ਖਾਨਦਾਨ ਹੈ ਇਹ ਕੁਝ ਨਸਲ ਤੋਂ ਤਾਂ ਪੰਜਾਬੀ ਹੈ, ਲੇਕਿਨ ਉਹ ਆਪਣੇ ਆਪ ਨੂੰ ਕਸ਼ਮੀਰੀ ਦੱਸਦੇ ਨੇ ਅਤੇ ਉਹਨਾਂ ਨੇ ਪੰਜਾਬੀ ਹੋ ਕੇ ਇਹਨੂੰ ਇੱਕ ਸਿਆਸੀ ਨਾਅਰਾ ਤਾਂ ਜ਼ਰੂਰ ਬਣਾਇਆ ਹੋਵੇਗਾ, ਇਹ ਜਾਗ ਪੰਜਾਬੀ ਜਾਗ ਜਾਂ ਉਹਦੀ ਪੱਗ ਨੂੰ ਲੱਗ ਗਿਆ ਦਾਗ, ਇੰਝ ਦੀਆਂ ਚੀਜ਼ਾਂ ਇਹਨਾਂ ਨੇ ਇੱਕ ਜ਼ਮਾਨੇ 'ਚ ਕੀਤੀਆਂ ਸੀ ਬੇਨਜ਼ੀਰ ਭੁੱਟੋ ਸਾਹਿਬਾਂ ਦੇ ਖਿਲਾਫ, ਲੇਕਿਨ ਇਹਨਾਂ ਨੇ ਕਦੀ ਪੰਜਾਬੀ ਬਣ ਕੇ ਨਹੀਂ ਸੋਚਿਆ। ਪੰਜਾਬੀ ਜਿਹੜਾ ਵਿਰਸਾ ਹੈ, ਜਿਹੜੀ ਲੈਗੇਸੀ ਹੈਗੀ ਪੋਲੀਟੀਕਲ ਔਰ ਕਲਚਰਲ, ਉਹਦੇ ਉੱਤੇ ਕਦੀ ਨਹੀਂ ਇਸ ਖਾਨਦਾਨ ਨੇ ਗੌਰ ਕੀਤਾ।
ਪੰਜਾਬੀਆਂ ਨੂੰ ਦੁਨੀਆ ਦੇ ਵਿੱਚ ਇੱਜ਼ਤ ਦਾ ਮੁਕਾਮ ਦਿਵਾਉਣ ਵਾਸਤੇ ਇਹਨਾਂ ਨੇ ਕਦੀ ਕੋਈ ਕਿਰਦਾਰ ਅਦਾ ਨਹੀਂ ਕੀਤਾ। ਸਥੀ ਗੱਲਾਂ ਜਿਹੜੀਆਂ ਮਾਮੂਲੀ ਗੱਲਾਂ ਨੇ ਉਹਨੂੰ ਵੱਡੀਆਂ ਬਣਾ ਕੇ ਤੇ ਕ੍ਰੈਡਿਟ ਲੈਂਦੇ ਨੇ। ਅੱਜ ਯਾਨੀ ਗੁੱਸਾ ਬਹੁਤ ਹੈ, ਮੈਂ ਸ਼ਾਇਦ ਉਸ ਤਰ੍ਹਾਂ ਇਜ਼ਹਾਰ ਨਹੀਂ ਕਰ ਪਾ ਰਿਹਾ। ਮੈਨੂੰ ਬਹੁਤ ਚੀਜ਼ਾਂ ਦਾ ਖਿਆਲ ਹੈ ਤੇ ਉਹਦਾ ਮੈਨੂੰ ਹਯਾ ਵੀ ਹੈ। ਇਸ ਵਾਸਤੇ ਜਿੰਨੀ ਮੈਂ ਗੱਲ ਕਰ ਰਿਹਾ ਇਹਨੂੰ ਤੁਸੀਂ 1000 ਦੇ ਨਾਲ ਜ਼ਰਬ ਦੇ ਕੇ ਦੇਖ ਲਓ ਤੇ ਤੁਹਾਨੂੰ ਸ਼ਾਇਦ ਥੋੜ੍ਹਾ ਬਹੁਤ ਤੁਸੀਂ ਉਹਨੂੰ ਪੈਮਾਇਸ਼ ਕਰ ਸਕੋ ਜਿਹੜੀ ਤਪਸ਼ ਮੈਂ ਮਹਿਸੂਸ ਕਰ ਰਿਹਾ। ਤੇ ਸਾਡੀ ਸਿਆਸੀ ਕੁਵਤਾਂ ਔਰ ਜਿਹੜੇ ਮੁਲਕ ਦੇ ਵਿੱਚ ਅਸਕਰੀਅਤ ਪਸੰਦ ਗਰੁੱਪ ਜਿਹੜੇ ਐਕਟਿਵ ਨੇ, ਇਹ ਪੰਜਾਬੀਆਂ ਦੇ ਹਵਾਲੇ ਨਾਲ ਇੱਕ ਹੋ ਜਾਂਦੇ ਨੇ। ਯਾਨੀ ਪੰਜਾਬੀ ਮਰਦੇ ਰਹਿਣ ਤੇ ਇਹ ਸਾਰੇ ਉਹੀ ਰੱਦੇ ਅਮਲ ਉਹਨਾਂ ਦਾ ਹੋਵੇਗਾ ਜਿਹੜੇ ਬਲੋਚ ਅਸਕਰੀਅਤ ਪਸੰਦਾਂ ਨੇ ਪੰਜਾਬੀਆਂ ਨੂੰ ਮਾਰਿਆ, ਉਹੀ ਬਾਕੀ ਲੋਕਾਂ ਦੇ ਨੇ ਸਾਰੇ। ਇਹ ਥੋੜ੍ਹਾ ਜਿਹਾ ਲੱਗੇਗਾ ਕਿ ਮੈਂ ਸਖਤ ਗੱਲ ਕਰ ਰਿਹਾ, ਲੇਕਿਨ ਗੱਲ ਇੰਝ ਹੀ ਹੈ ਕਿ ਉਹ ਜਿਹੜੇ ਲੋਕ ਨੇ ਜਿਹੜੇ ਪੰਜਾਬੀਆਂ ਨੂੰ ਕਤਲ ਕਰ ਰਹੇ, ਉਹਨਾਂ ਦਾ ਮਤਮਾ ਨਜ਼ਰ ਹੈਗਾ ਵੇ ਕਿ ਅਸੀਂ ਪੰਜਾਬੀਆਂ ਨੂੰ ਮਾਰੀਏ ਤੇ ਇਹਦਾ ਰਿਐਕਸ਼ਨ ਪੰਜਾਬ 'ਚ ਪੈਦਾ ਹੋਵੇ, ਜਾਂ ਪੰਜਾਬ ਦੇ ਜਾਂ ਮੁਲਕ ਦੇ ਜਿਹੜੇ ਸਿਕਿਉਰਿਟੀ ਇਦਾਰੇ ਨੇ ਉਹ ਉਸ ਰਿਐਕਸ਼ਨ ਦੇ ਦਬਾਅ ਦੇ ਤਹਿਤ ਸਾਡੇ ਖਿਲਾਫ ਕਾਰਵਾਈ ਕਰਨ ਤੇ ਫਿਰ ਅਸੀਂ ਦੁਨੀਆ ਨੂੰ ਦੱਸੀਏ ਕਿ ਵੇਖੋ ਜੀ ਸਾਡੇ ਖਿਲਾਫ ਕ੍ਰੈਕਡਾਊਨ ਹੋ ਰਿਹਾ। ਮੈਂ ਗੱਲ ਇਹ ਕਰਨਾ ਕਿ ਜਿਹੜੀ ਜ਼ਿੰਮੇਦਾਰੀ ਸਿਆਸੀ ਕਾਇਦੀਨ ਨੂੰ ਔਰ ਸਿਆਸੀ ਜਮਾਤਾਂ ਨੂੰ ਇਹੋ ਜਿਹੇ ਕ੍ਰਾਈਸਿਸ ਨੂੰ ਖ਼ਤਮ ਕਰਨ ਵਾਸਤੇ ਅਦਾ ਕਰਨੀ ਚਾਹੀਦੀ ਹੈ ਕਿ ਉਹ ਜਮਾਤਾਂ ਤੇ ਉਹ ਲੀਡਰ ਉਹ ਜ਼ਿੰਮੇਦਾਰੀ ਪੂਰੀ ਕਰਨ ਡਏ ਨੇ, ਜਾਂ ਇਹ ਵੀ ਗੱਲ ਕੀਤੀ ਜਾ ਸਕਦੀ ਹੈ ਕਿ ਇਸ ਤਰ੍ਹਾਂ ਤਾਂ ਨਹੀਂ ਕਿ ਉਹਨਾਂ ਦੇ ਅੰਦਰ ਇਹ ਸਲਾਹੀਅਤ ਹੀ ਨਾ ਹੋਵੇ ਇਹੋ ਜਿਹੇ ਕ੍ਰਾਈਸਿਸ ਨੂੰ ਕੰਟਰੋਲ ਕਰਨ ਦੀ, ਤੇ ਅਸੀਂ ਉਹਨਾਂ ਨੂੰ ਇੱਕ ਜ਼ਿੰਮੇਦਾਰ ਰੋਲ ਦੇਣ ਦਾ ਸੋਚ ਰਹੇ ਹਾਂ ਜਾਂ ਦੇ ਦਿੱਤਾ ਹੋਵੇ। ਇਹ ਵੀ ਗੱਲ ਹੈ। ਤੇ ਇਹ ਪੂਰੀ ਜਿਹੜੀ ਲੀਡਰਸ਼ਿਪ ਹੈਗੀ ਸਾਡੇ ਕੋਲ, ਇਹਦੇ ਬਾਰੇ ਸਾਨੂੰ ਦੁਬਾਰਾ ਤੋਂ ਸੋਚਣਾ ਪਏਗਾ ਕਿ ਸਾਡੇ ਮੁਲਕ ਦੇ ਮਸਾਇਲ, ਸਾਡੇ ਇੰਟਰਨਲ ਝਗੜੇ ਜਿਹੜੇ ਨੇ, ਇਹ ਸਾਰਾ ਕੁਝ ਜਦੋਂ ਅਸੀਂ ਸੁੱਟ ਦਿੰਦੇ ਹਾਂ ਇੱਕ ਇਦਾਰੇ ਦੇ ਉੱਤੇ, ਤੇ ਫਿਰ ਉਹ ਇਦਾਰੇ ਨੂੰ ਵੀ ਮੁਤਨਾਜ਼ਾ ਬਣਾਉਣ ਦੀ ਇੱਕ ਕੋਸ਼ਿਸ਼ ਦੇ ਤੌਰ 'ਤੇ ਵੇਖਿਆ ਜਾਣਾ ਚਾਹੀਦਾ ਹੈ। ਤੇ ਇਹ ਪੰਜਾਬੀਆਂ ਦਾ ਜਿਹੜਾ ਕਤਲ ਹੈ ਬਾਰ-ਬਾਰ ਹੋ ਰਿਹਾ ਵੇ, ਔਰ ਬਲੋਚਿਸਤਾਨ ਦੇ ਵਿੱਚ ਇਹ ਬੁਲਾਨ ਦਾ ਮਤਲਬ ਇੱਕੋ ਦਿਨ ਦੇ ਵਿੱਚ ਵਾਕਿਆਤ ਹੋਏ ਨੇ ਨਾ ਕਿ ਪੰਜਾਬੀ ਬਾਈ ਮਾਰੇ ਗਏ ਨੇ, ਜ਼ਖਮੀ ਵੀ ਹੈਗੇ ਨੇ, ਫਿਰ ਬੁਲਾਨ ਦਾ ਪੁਲ ਜਿਹੜਾ ਹੈ ਉਹ ਤਬਾਹ ਕਰ ਦਿੱਤਾ ਗਿਆ, ਹੋਰ ਵੀ ਕਈ ਜਗ੍ਹਾ 'ਤੇ ਛੋਟੇ-ਛੋਟੇ ਹਮਲੇ ਕੀਤੇ ਗਏ। ਤੇ ਇਹ ਕੀ ਮੈਸੇਜ ਹੈਗਾ? ਮੈਸੇਜ ਇਹ ਕਿ ਇੱਕ ਦਫਾ ਪੂਰੀ ਦੁਨੀਆ 'ਚ ਖਬਰ ਜਾਵੇ, ਹੈਡਲਾਈਨਸ ਬਣਨ, ਔਰ ਫਿਰ ਕਿਆ ਦੱਸਿਆ ਜਾਵੇ ਕਿ ਬਲੂਚਿਸਤਾਨ ਦੇ ਅੰਦਰ ਹਾਲਾਤ ਪੁਰਅਮਨ ਨਹੀਂ ਹੈਗੇ ਔਰ ਕੋਈ ਸਰਮਾਇਆਕਾਰ ਉੱਥੇ ਨਾ ਜਾਵੇ। ਸਰਮਾਇਆਕਾਰੀ ਰੋਕਣ ਦਾ ਹੈ, ਮਤਲਬ ਗਵਾਦਰ ਬੰਦਰਗਾਹ ਬਣ ਗਈ ਔਰ ਲੇਕਿਨ ਅਸੀਂ ਉਹਦੇ ਕੋਲ ਪੂਰੀ ਤਰ੍ਹਾਂ ਹਾਲੇ ਉਹ ਫਾਇਦਾ ਨਹੀਂ ਚੁੱਕ ਪਾ ਰਹੇ, ਤੇ ਇਹ ਚੀਜ਼ਾਂ ਗਵਾਦਰ ਦੇ ਵਿੱਚ ਗੜਬੜ ਸ਼ੁਰੂ ਹੋ ਗਈ। ਇਸੇ ਤਰ੍ਹਾਂ ਹੀ ਅਸੀਂ ਹੁਣ ਅਗਲੇ ਫੇਜ਼ ਦੇ ਵਿੱਚ ਗਵਾਦਰ ਦੇ ਜਾ ਰਹੇ ਹਾਂ, ਉੱਥੇ ਜਿਹੜਾ ਸੀਪੈਕ ਹੈਗਾ, ਤੇ ਸੀਪੈਕ ਦੇ ਵਿੱਚ ਬਲੋਚਿਸਤਾਨ ਦੇ ਬਹੁਤ ਸਾਰੇ ਪ੍ਰੋਜੈਕਟ ਨੇ। ਬਲੋਚਿਸਤਾਨ ਦਾ ਗਵਾਦਰ ਬੰਦਰ ਜਿਹੜਾ ਹੈਗਾ ਵੇ ਪੋਰਟ, ਉਹਦੇ ਤੋਂ ਬਾਅਦ ਏਅਰਪੋਰਟ ਵੀ ਫਾਲ ਹੋ ਗਿਆ ਵੇ ਔਰ ਬਹੁਤ ਵੱਡਾ ਏਅਰਪੋਰਟ ਬਣਾਇਆ ਗਿਆ, ਔਰ ਇਹ ਦੱਸਦੇ ਨੇ ਮਾਹਿਰੀਨ ਕਿ ਏਅਰਪੋਰਟ ਔਰ ਬੰਦਰਗਾਹ ਦੀ ਐਕਟਿਵ ਹੋਣ ਦੀ ਵਜ੍ਹਾ ਨਾਲ ਬਹੁਤ ਸਾਰੇ ਇਸ ਰੀਜਨ ਦੀ ਜਿਹੜੀ ਤਜਾਰਤ ਹੈ ਔਰ ਜਿਹੜਾ ਸਫ਼ਰ ਹੈਗਾ ਵੇ ਪੈਸੇਂਜਰ ਜਿਹੜੇ ਲੋਕ ਹੈਗੇ ਨੇ ਟਰੈਵਲਰਸ, ਉਹਨਾਂ ਵਾਸਤੇ ਆਸਾਨ ਹੋ ਜਾਂਦਾ ਕਿ ਉਹ ਜਹਾਜ਼ ਆਉਣਗੇ, ਇੱਥੋਂ ਫਿਊਲ ਲੈਣਗੇ ਤੇ ਅੱਗੇ ਫਿਰ ਦੂਰ ਦੇ ਡੈਸਟੀਨੇਸ਼ਨਸ ਜਿਹੜੀਆਂ ਹੈਗੀਆਂ ਨੇ ਉੱਥੇ ਤੱਕ ਜਾ ਸਕਦੇ ਨੇ। ਸੋ ਗਵਾਦਰ ਜਿਹੜਾ ਹੈ ਔਰ ਬਲੂਚਿਸਤਾਨ ਇਹ ਅਹਿਮ ਹੈ। ਜਦੋਂ ਇਹ ਪ੍ਰੋਜੈਕਟ ਮੁਕੰਮਲ ਹੋਏ ਨੇ ਤੇ ਨਾਲ ਹੀ ਬਲੂਚਿਸਤਾਨ ਦੇ ਵਿੱਚ ਐਕਟੀਵਿਟੀਜ਼ ਵੱਧ ਗਈਆਂ ਨੇ। ਹੁਣ ਅਸੀਂ ਇਹ ਕੀ ਕਰਾਂਗੇ? ਅਸੀਂ ਵਜ਼ੀਰ ਆਜ਼ਮ ਵੱਲ ਵੇਖਣ ਡਏ, ਅਸੀਂ ਵਜ਼ੀਰ ਆਲਾ ਵੱਲ ਵੇਖਣ ਡਏ, ਤੇ ਜਨਾਬ ਇਹ ਸੂਰਤ ਹਾਲ ਜਿਹੜੀ ਹੈਗੀ ਇਹ ਪਰੇਸ਼ਾਨ ਕੁਨ ਹੈਗੀ, ਤੇ ਇਹਦੇ ਵਿੱਚ ਸਾਨੂੰ ਆਪਣਾ ਰੋਲ ਇੱਕ ਤਾਂ ਤੈਅ ਕਰਨਾ ਪਏਗਾ, ਸਾਡੀ ਸਿਆਸੀ ਜਮਾਤਾਂ ਨੂੰ ਆਪਣਾ ਰੋਲ ਤੈਅ ਕਰਨਾ ਪਏਗਾ, ਔਰ ਸਾਨੂੰ ਇਹ ਵੇਖਣਾ ਪਏਗਾ ਕਿ ਸਾਡਾ ਜਿਹੜਾ ਇਹ ਵਾਲੇ ਕੰਫਲਿਕਟ ਹੈਗੇ ਨੇ ਮੁਲਕ ਦੇ ਵਿੱਚ, ਉਹਨਾਂ ਨੂੰ ਇੰਝ ਹੀ ਜਾਰੀ ਰਹਿਣ ਦੇਣਾ ਜਾਂ ਅਸੀਂ ਕੋਈ ਉਹਦੇ 'ਚ ਰੋਲ ਅਦਾ ਕਰਨਾ। ਅਤੇ ਸਭ ਨਾਲੋਂ ਵੱਡੀ ਗੱਲ ਪੰਜਾਬੀਆਂ ਵਾਸਤੇ ਕਿ ਪੰਜਾਬੀ ਥੋੜ੍ਹਾ ਜਿਹਾ ਆਪਣੀ ਆਵਾਜ਼ ਨੂੰ ਮੁਨੱਜ਼ਮ ਕਰਨ, ਦੁਨੀਆ 'ਚ ਕਿਤੇ ਵੀ ਵੱਸਦੇ ਹੋਣ। ਇਹ ਲਾ ਤਾਲੁਕੀ ਆਪਣੇ ਮਸਾਇਲ ਤੋਂ, ਆਪਣੇ ਲੋਕਾਂ ਤੋਂ ਇਹ ਚੰਗੀ ਨਹੀਂ ਹੁੰਦੀ।
ਤੇ ਆਖਰ ਕਿਤੇ ਨਾ ਕਿਤੇ ਅਸੀਂ ਇੱਕ ਹੈਗੇ ਹਾਂ, ਔਰ ਸਾਡੀ ਏਕਤਾ ਨੂੰ ਇਸ ਵਕਤ ਬਹੁਤ ਸਾਰੇ ਪਾਸਿਓਂ ਖਤਰਾ ਹੈ। ਤੇ ਜੀਂਦੇ ਰਹੋ, ਵਸਦੇ ਰਹੋ।